मैं नरेंद्र दामोदर दास मोदी ਇਹ ਕਹਾਣੀ ਉਸ ਸਿਆਸਤਦਾਨ ਦੀ ਏ। ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸਭ ਤੋਂ ਹਰਮਨ ਪਿਆਰੇ ਪ੍ਰਧਾਨ ਮੰਤਰੀ ਨੇ। ਅੱਜ ਗੱਲ ਅਜਿਹੇ ਵਿਅਕਤੀ ਦੀ ਹੋਵੇਗੀ ਜਿਸ ਨੇ 130 ਕਰੋੜ ਦੇਸ਼ ਵਾਸੀਆਂ ਦੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਲਿਆ ਏ। मैं नरेंद्र दामोदर दास मोदी ईश्वर की शपथ लेता हूं। ਨਰਿੰਦਰ ਮੋਦੀ ਦੀ ਜ਼ਿੰਦਗੀ ਸੰਘਰਸ਼, ਸੁਪਨਿਆਂ ਅਤੇ ਸਮਰਪਣ ਦੀ ਕਹਾਣੀ ਏ। ਇਹ ਕਹਾਣੀ ਉਸ ਵਿਰਾਟ ਸ਼ਖਸੀਅਤ ਦੀ ਏ ਜਿਸ ਦੇ ਲਈ ਸੇਵਾ ਹੀ ਸੱਤਾ ਏ, ਜਿਸ ਦੇ ਲਈ ਨਾ ਕੋਈ ਛੋਟਾ ਏ ਨਾ ਵੱਡਾ, ਜਿਸ ਦੇ ਲਈ ਨਾ ਕੋਈ ਹਿੰਦੂ ਏ ਨਾ ਮੁਸਲਮਾਨ, ਜਿਸ ਨੇ ਦਿੱਤਾ ਏ ਸਭਨਾਂ ਨੂੰ ਨਾਲ ਲੈ ਕੇ ਸਾਰਿਆਂ ਦੇ ਯਤਨਾਂ ਨਾਲ ਸਭਨਾਂ ਦੇ ਵਿਕਾਸ ਦਾ ਨਾਰਾ। आज लाल किले की प्राचीर से आह्वान कर रहा हूं, सबका साथ, सबका विकास, सबका विश्वास और अब सबका प्रयास हमारे हर लक्ष्यों की प्राप्ति के लिए बहुत महत्वपूर्ण है। ਨਰਿੰਦਰ ਮੋਦੀ ਦੀ ਯਾਤਰਾ ਗੁਜਰਾਤ ਦੇ ਵਡਨਗਰ ਦੀਆਂ ਗਲੀਆਂ ਤੋਂ ਸ਼ੁਰੂ ਹੁੰਦੀ ਏ। रेलवे से रॉयल पैलेस जिंदगी का रास्ता बड़ा कठिन होता है। 17 ਸਤੰਬਰ 1950 ਨੂੰ ਜੰਮੇ ਨਰਿੰਦਰ ਮੋਦੀ दामोदर दास मोदी ਅਤੇ ਹੀਰਾਬਾ ਦੀ ਤੀਜੀ ਔਲਾਦ ਹਨ। ਸ਼ੁਰੂਆਤੀ ਜੀਵਨ ਬਹੁਤ ਗਰੀਬੀ ਵਿੱਚ ਗੁਜ਼ਰਿਆ। माता जी है, 90 साल से भी ज्यादा उम्र है। जब हम छोटे थे तो हमारा गुजारा करने के लिए वे अड़ोस पड़ोस के घरों में बर्तन साफ करना, पानी भरना, मजदूरी कर रहा। आप कल्पना कर सकते हैं कि एक मां ने अपने बच्चों को बड़ा करने के लिए कितना कष्ट उठाया होगा। हम तो गरीब के घर पैदा हुए हैं, हमने गरीबी देखी है, हम गरीबी में पले हैं भाइयों। वे तो सोने का चम्मच लेकर के पैदा हुए हैं, हम चाय बेचते बेचते आपके पास आए। ਨਰਿੰਦਰ ਮੋਦੀ ਸਕੂਲ ਤੋਂ ਬਾਅਦ ਸਥਾਨਕ ਰੇਲਵੇ ਸਟੇਸ਼ਨ ਤੇ ਬਣੀ ਪਿਤਾ ਦੀ ਚਾਹ ਦੀ ਦੁਕਾਨ 'ਚ ਮਦਦ ਕਰਦੇ ਸੀ। लोकतंत्र में अगर जनता जनार्दन जो ईश्वर का रूप है वो फैसला कर ले तो फिर एक चाय बेचने वाला भी उनका प्रतिनिधि बनकर के रॉयल पैलेस में हाथ मिला सकता है। ਸਿਰਫ 17 ਸਾਲ ਦੀ ਉਮਰ 'ਚ ਨਰਿੰਦਰ ਮੋਦੀ ਨੇ ਘਰ ਛੱਡਣ ਅਤੇ ਦੇਸ਼ ਯਾਤਰਾ ਕਰਨ ਦਾ ਫੈਸਲਾ ਲਿਆ। ਕਦੇ ਹਿਮਾਲਯ ਨੂੰ ਆਪਣਾ ਆਸਰਾ ਬਣਾਇਆ ਤੇ ਕਦੇ ਆਸ਼ਰਮਾਂ ਵਿੱਚ ਸੇਵਾ ਕੀਤੀ। ਆਪਣੇ ਆਪ ਨੂੰ ਰਾਸ਼ਟਰ ਸੇਵਾ ਲਈ ਸਮਰਪਿਤ ਕਰਨ ਦੀ ਸੋਚ ਨਾਲ ਉਹ ਆਰਐਸਐਸ ਨਾਲ ਜੁੜ ਗਏ। ਗੁਜਰਾਤ ਵਿੱਚ ਸਾਲ 1973 ਵਿੱਚ ਹੋਏ ਨਵ ਨਿਰਮਾਣ ਅੰਦੋਲਨ ਵਿੱਚ ਨਰਿੰਦਰ ਮੋਦੀ ਨੇ ਵੱਡੀ ਭੂਮਿਕਾ ਨਿਭਾਈ, ਜਿਸ ਦੇ ਚੱਲਦਿਆਂ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਐਮਰਜੈਂਸੀ ਦੇ ਦੌਰਾਨ ਨਰਿੰਦਰ ਮੋਦੀ ਨੂੰ ਦੇਸ਼ ਦੇ ਸਾਰੇ ਵੱਡੇ ਆਗੂਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 1975 25 जून वो ऐसी काली रात थी जो कोई भी लोकतंत्र प्रेमी भुला नहीं सकता है, कोई भारतवासी भुला नहीं सकता है। एक प्रकार से देश को जेल खाने में बदल दिया गया था, विरोधी स्वर को दबोच दिया गया था। जयप्रकाश नारायण सहित देश के गणमान्य नेताओं को जेलों में बंद कर दिया था।
न्याय व्यवस्था भी आपातकाल के उन भयावह रूप की छाया से बच नहीं पाई थी। अखबारों को तो पूरी तरह बेकार कर दिया गया था। ਸਾਲ 1987 ਵਿੱਚ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਕੰਮ ਕਰਨ ਦਾ ਹੁਕਮ ਮਿਲਿਆ। ਹਾਲਾਂਕਿ ਇਹ ਉਹਨਾਂ ਦੀ ਯਾਤਰਾ ਦਾ ਸਿਰਫ ਇੱਕ ਛੋਟਾ ਜਿਹਾ ਮੋੜ ਹੀ ਸੀ। ਬੀਜੇਪੀ ਦੇ ਸਭ ਤੋਂ ਵਧੀਆ ਸੰਗਠਨ ਪੁਰਸ਼ ਤੋਂ ਸ਼ਾਸਨ ਕਲਾ ਵਿੱਚ ਭਾਰਤ ਦੇ ਸਭ ਤੋਂ ਸ਼ਾਨਦਾਰ ਕਲਾਕਾਰ ਦੇ ਰੂਪ ਵਿੱਚ ਨਰਿੰਦਰ ਮੋਦੀ ਦੇ ਮਜ਼ਬੂਤ ਇਰਾਦਿਆਂ ਅਤੇ ਹਿੰਮਤ ਦੀ ਇੱਕ ਵੱਖਰੀ ਹੀ ਕਹਾਣੀ ਹੈ। ਅਕਤੂਬਰ 2001 ਵਿੱਚ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਸੀ। ਨਰਿੰਦਰ ਮੋਦੀ ਨੇ ਗੁਜਰਾਤ ਦੀ ਸਫਲਤਾ ਦੀ ਕਹਾਣੀ ਖੇਤੀ, ਇੰਡਸਟਰੀ ਅਤੇ ਸੇਵਾਵਾਂ ਦੇ ਰਾਹੀਂ ਬੁਣੀ। ਉਹਨਾਂ ਦੇ ਕਾਰਜਕਾਲ ਦੌਰਾਨ ਗੁਜਰਾਤ 'ਚ ਖੇਤੀ ਖੇਤਰ ਵਿੱਚ 10% ਦਾ ਵਾਧਾ ਦਰਜ ਹੋਇਆ। ਵਾਈਬ੍ਰੈਂਟ ਗੁਜਰਾਤ ਸੰਮੇਲਨ ਨਾਲ ਸੂਬੇ ਵਿੱਚ ਰਿਕਾਰਡ ਪੂੰਜੀਕਾਰੀ ਹੋਈ, ਜਿਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਬਣੇ। ਉਹਨਾਂ ਦੀ ਅਗਵਾਈ ਵਿੱਚ ਗੁਜਰਾਤ ਦਰਮਿਆਨੀਆਂ ਤੇ ਛੋਟੀਆਂ ਸਨਅਤਾਂ ਲਈ ਸਵਰਗ ਬਣ ਕੇ ਉੱਭਰਿਆ। ਭੁਚਾਲ ਕਾਰਨ ਤਬਾਹ ਹੋਏ ਕੱਛ ਦੀ ਮੁੜ ਉਸਾਰੀ ਦਾ ਉਦਾਹਰਣ ਕੌਮਾਂਤਰੀ ਪੱਧਰ ਤੇ ਅੱਜ ਵੀ ਦਿੱਤਾ ਜਾਂਦਾ ਹੈ। मित्रों, हम हर आफत को अवसर में पलटने के सपने क्यों नहीं देखते? और अगर हम आफत को अवसर में, मैं अपना गुजरात का इंसिडेंट बताता हूं। मेरा इतना बड़ा भयंकर भूकंप हुआ था। मित्रों, उस भूकंप के बाद हम लोगों ने जो काम किया है और जिस प्रकार से उसको इंस्टीट्यूशनलाइज किया है और जिस प्रकार से डिजास्टर मैनेजमेंट के लिए पूरे देश के लिए मॉडल के रूप में काम किया है, आपत्ति बड़ी भयंकर थी, लेकिन उस आपत्ति से उसको अवसर में पलट करके हमारे देश में आपत्तियां होगी, सबसे पहले तय करेगा हमें उसको अवसर में पलटना है। ਸਾਲ 2001 ਤੋਂ ਸਾਲ 2014 ਦੇ ਦਰਮਿਆਨ ਨਰਿੰਦਰ ਮੋਦੀ ਨਾ ਸਿਰਫ ਪੂਰੇ ਦੇਸ਼ ਵਿੱਚ ਸਭ ਤੋਂ ਵਧੀਆ ਪ੍ਰਸ਼ਾਸਕ ਅਤੇ ਮੁੱਖ ਮੰਤਰੀ ਵਜੋਂ ਸਲਾਹੇ ਗਏ, ਸਗੋਂ ਇੱਕ ਵਿਕਾਸ ਪੁਰਸ਼ ਦੇ ਤੌਰ ਤੇ ਵੀ ਸਥਾਪਿਤ ਹੋਏ। ਸਾਲ 2014 ਦੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਦੇਸ਼ ਨੂੰ ਇੱਕ ਵਿਕਾਸ ਪੁਰਸ਼ ਦੀ ਭਾਲ ਸੀ। ਤਲਾਸ਼ ਸੀ ਅਜਿਹੇ ਪ੍ਰਸ਼ਾਸਕ ਦੀ ਜਿਹੜਾ ਭ੍ਰਿਸ਼ਟਾਚਾਰ ਤੇ ਸੱਟ ਮਾਰੇ, ਦੇਸ਼ ਨੂੰ ਵੱਖਵਾਦ ਅਤੇ ਅੱਤਵਾਦ ਤੋਂ ਮੁਕਤੀ ਦਿਵਾਏ। ਬੀਜੇਪੀ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ। ਵਿਕਾਸ ਦਾ ਗੁਜਰਾਤ ਮਾਡਲ ਪੂਰੇ ਦੇਸ਼ ਦੇ ਸਾਹਮਣੇ ਸੀ। इस बार के चुनाव में एनडीए 300 से ज्यादा सीट पाएगी और स्पष्ट बहुमत के साथ भारतीय जनता पार्टी के नेतृत्व में एनडीए की सरकार होगी और श्री नरेंद्र मोदी देश के अगले प्रधानमंत्री होंगे। ਨਰਿੰਦਰ ਮੋਦੀ ਦੇਸ਼ ਦੇ ਇੱਕ ਅਜਿਹੇ ਆਗੂ ਨੇ ਜਿਨ੍ਹਾਂ ਨੇ ਆਮ ਜਨਤਾ ਨਾਲ ਸਿਆਸੀ ਰਿਸ਼ਤੇ ਦੇ ਨਾਲ-ਨਾਲ ਇੱਕ ਭਾਵਨਾਤਮਕ ਲਗਾਵ ਵੀ ਸਥਾਪਿਤ ਕੀਤਾ ਹੈ। ये मेरा सौभाग्य है कि मैं हिंदुस्तान से 400 के अधिक जिलों में रात्रि मुकाम करने का मुझे सौभाग्य मिला है, लोगों से मिलने का सौभाग्य मिला है। तो मेरी ज़िंदगी तो एक मजदूर की ज़िंदगी है। मैं मजदूर की तरह ही जिया हूँ। जब तक ये शरीर मदद करें, मजदूर की तरह ही जीना है और हिंदुस्तान का मजदूर नंबर 1 कहलाने का मुझे आनंद होगा। ਸਾਲ 2014 ਦੇ ਚੋਣ ਨਤੀਜੇ ਇਸ ਗੱਲ ਨੂੰ ਸਹੀ ਸਾਬਤ ਕਰਦੇ ਨੇ ਕਿ ਨਤੀਜਿਆਂ ਨੇ ਨਾ ਸਿਰਫ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਆਗੂ ਦੇ ਤੌਰ ਤੇ ਸਥਾਪਿਤ ਕੀਤਾ, ਸਗੋਂ ਇਸ ਦੇ ਚੱਲਦਿਆਂ 3 ਦਹਾਕੇ ਬਾਅਦ ਕੇਂਦਰ ਵਿੱਚ ਪਹਿਲੀ ਵਾਰ ਕਿਸੇ ਇਕੱਲੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਅਤੇ ਉਹ ਵੀ ਗੈਰ ਕਾਂਗਰਸੀ। ਜਮਹੂਰੀਅਤ ਦੇ ਸਭ ਤੋਂ ਪਵਿੱਤਰ ਮੰਦਰ ਵਿੱਚ ਸੀਸ ਝੁਕਾ ਕੇ ਉਹਨਾਂ ਨੇ ਸੁਨੇਹਾ ਦਿੱਤਾ ਕਿ ਲੋਕਤਾਂਤਰਿਕ ਕਦਰਾਂ ਕੀਮਤਾਂ ਉਹਨਾਂ ਲਈ ਸਭ ਤੋਂ ਉੱਪਰ ਨੇ। मेरा मूलतः सिद्धांत जो रहा है वो ये है कि हम समाज में जो भी शक्ति है उसको और अधिक अवसर कैसे दें। हम एक ऐसा
इकोसिस्टम तैयार करें ताकि उसको कुछ साहस करने का मन कर जाए, कहीं रुकावट आ जाए तो उसको हाथ पकड़ के निकालने वाला कोई मिल जाए। मैं जब चुनाव लड़ रहा था तो मैंने देशवासियों को कहा था कि मेरे पास अनुभव नहीं है, मुझसे गलतियां हो सकती हैं, बद इरादे से गलत कभी नहीं करूंगा। ਉਹ ਲੀਕ ਤੋਂ ਹਟ ਕੇ ਚੱਲਣਾ ਚਾਹੁੰਦੇ ਸਨ ਅਤੇ ਸਮਾਜ ਵਿੱਚ ਇੱਕ ਤਬਦੀਲੀ ਵੇਖਣਾ ਚਾਹੁੰਦੇ ਸਨ। ਔਰਤਾਂ ਹੋਣ ਜਾਂ ਗਰੀਬ, ਕਿਸਾਨ ਹੋਣ ਜਾਂ ਨੌਜਵਾਨ, ਸਭਨਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਲਗਾਤਾਰ ਬਿਨਾਂ ਥੱਕੇ, ਬਿਨਾਂ ਰੁਕੇ ਇੱਕ ਤੋਂ ਬਾਅਦ ਇੱਕ ਅਜਿਹੇ ਫੈਸਲੇ ਲੈ ਰਹੇ ਨੇ ਜਿਸ ਨਾਲ ਭਵਿੱਖ ਦੇ ਭਾਰਤ ਦਾ ਮਜ਼ਬੂਤ ਆਧਾਰ ਬਣ ਰਿਹਾ ਹੈ। ਕਿਸਾਨਾਂ ਦੇ ਲਈ ਖੇਤੀ ਕਾਨੂੰਨ ਬਣਾਉਣ ਅਤੇ ਉਹਨਾਂ ਦੀ ਆਮਦਨ ਦੁੱਗਣੀ ਕਰਨ ਲਈ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਸ਼ਲਾਘਾਯੋਗ ਹੈ ਅਤੇ ਉਹ ਇਸ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਨੇ। किसान को आधुनिक सुविधाएं देना, छोटे किसानों को संगठित करके उनको बड़ी ताकत बनाना, किसानों की आय बढ़ाने के प्रयास निरंतर जारी है। ਮੋਦੀ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆਈ। ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰਨ ਦੀ ਸੰਸਕ੍ਰਿਤੀ ਅਤੇ ਇੱਕ ਹਾਰਡ ਟਾਸਕ ਮਾਸਟਰ ਪੀਐਮ ਮੋਦੀ ਨੇ ਦਿਖਾ ਦਿੱਤਾ ਕਿ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਜਾਵੇ ਤਾਂ ਮੌਜੂਦਾ ਤਾਣੇ ਬਾਣੇ ਰਾਹੀਂ ਵੀ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਨੇ। मेरी सरकार का एक ही धर्म है, इंडिया फर्स्ट। मेरी सरकार का एक ही धर्म है, भारत का संविधान। मेरी सरकार की एक ही भक्ति है, भारत भक्ति। मेरी सरकार की एक ही पूजा है, 125 करोड़ देशवासियों का कल्याण। मेरी सरकार की एक ही कार्यशैली है, सबका साथ सबका विकास। और इसलिए हम संविधान को लेकर के, संविधान की सीमा में रह करके देश को आगे बढ़ाना चाहते हैं। 2020 ਵਿੱਚ ਦੁਨੀਆ ਤੇ ਜਦੋਂ ਕੋਰੋਨਾ ਮਹਾਮਾਰੀ ਦਾ ਖਤਰਾ ਆਇਆ ਤਾਂ ਭਾਰਤ ਵੀ ਇਸ ਵਿਨਾਸ਼ਕਾਰੀ ਬਿਮਾਰੀ ਦੀ ਚਪੇਟ ਵਿੱਚ ਆਇਆ। ਪਰ ਇਸ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਵਧ ਕੇ ਦੇਸ਼ ਦੀ ਅਗਵਾਈ ਕੀਤੀ ਅਤੇ ਉਹ ਕਰਕੇ ਵਿਖਾਇਆ ਜੋ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਨਹੀਂ ਕਰ ਸਕੀਆਂ। ਸਹੀ ਸਮੇਂ ਤੇ ਲਾਕਡਾਊਨ ਦੇ ਫੈਸਲੇ ਤੋਂ ਬਾਅਦ ਸਾਰੀਆਂ ਸਿਹਤ ਸਹੂਲਤਾਂ ਰਾਹੀਂ ਹਰੇਕ ਨਾਗਰਿਕ ਨੂੰ ਕੋਵਿਡ ਤੋਂ ਬਚਾਉਣ ਦਾ ਪੀਐਮ ਨੇ ਜਿਹੜਾ ਸੰਕਲਪ ਲਿਆ ਉਸ ਦੀ ਦੁਨੀਆ ਨੇ ਸ਼ਲਾਘਾ ਕੀਤੀ। आज भारत दुनिया के उन देशों में से हैं जो अपने ज्यादा से ज्यादा नागरिकों का जीवन बचाने में सफल रहा। जिस देश में विश्व की 18% आबादी रहती हो, उस देश ने कोरोना पर प्रभावी नियंत्रण करके पूरी दुनिया को, मानवता को बड़ी त्रासदी से भी बचाया है। ਕੋਵਿਡ ਦੀ ਜੰਗ ਦੌਰਾਨ ਸਭ ਤੋਂ ਵੱਡਾ ਹਥਿਆਰ ਸਾਬਿਤ ਹੋਇਆ ਕੋਵਿਡ ਰੋਕੂ ਟੀਕਾ ਅਤੇ ਇਸ ਕੰਮ ਵਿੱਚ ਵੀ ਦੇਸ਼ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ਿਤਾ ਦਾ ਫਾਇਦਾ ਮਿਲਿਆ ਅਤੇ ਭਾਰਤ ਨੇ ਬਹੁਤ ਹੀ ਘੱਟ ਸਮੇਂ ਵਿੱਚ ਦੋ ਵੈਕਸੀਨ ਤਿਆਰ ਕਰਕੇ ਵਿਸ਼ਵ ਪੱਧਰ ਤੇ ਇੱਕ ਵਾਰ ਫੇਰ ਆਪਣਾ ਲੋਹਾ ਮਨਵਾਇਆ। ਅੱਜ ਹਾਲਾਤ ਅਜਿਹੇ ਹਨ ਕਿ ਬਹੁਤ ਘੱਟ ਸਮੇਂ ਵਿੱਚ ਭਾਰਤ ਨੇ 75 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦੇ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। 7 ਸਾਲ ਦੌਰਾਨ 150 ਤੋਂ ਵੱਧ ਪ੍ਰੋਗਰਾਮ ਅਤੇ ਯੋਜਨਾਵਾਂ ਜ਼ਮੀਨ ਤੇ ਉਤਾਰੀਆਂ। हमारे लिए रिफॉर्म का मतलब है रिफॉर्म नीति आधारित हो, टुकड़ों में नहीं हो, होलिस्टिक हो और एक रिफॉर्म दूसरे रिफॉर्म का आधार बने, नए रिफॉर्म का मार्ग बनाए। और ऐसा भी नहीं है कि एक बार रिफॉर्म करके रुक गए, ये निरंतर सतत चलने वाली प्रक्रिया है। ਸਾਲ 2019 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ
ਬੀਜੇਪੀ ਅਤੇ ਐਨਡੀਏ ਨੇ ਪਹਿਲਾਂ ਤੋਂ ਵੀ ਵੱਡੀ ਜਿੱਤ ਹਾਸਲ ਕੀਤੀ। ਇਸ ਦਾ ਸਭ ਤੋਂ ਵੱਡਾ ਕਾਰਨ ਬਣਿਆ सबका साथ, सबका विकास ਅਤੇ सबके विश्वास ਦਾ ਮੰਤਰ। मत बैंक की राजनीति से ऊपर उठकर देश के लिए फैसला करने का जिगर चाहिए था और वो जिगर हमारे प्रधानमंत्री नरेंद्र मोदी। ਧਾਰਾ 370 ਹਟਾਉਣ ਨੂੰ ਲੈ ਕੇ ਮਿਲੀ ਸੰਸਦ ਦੀ ਮਨਜ਼ੂਰੀ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੂੰ ਇਹ ਯਕੀਨ ਸੀ ਕਿ ਅਜਿਹਾ ਕੁਝ ਦੇਸ਼ ਦੀ ਅਗਵਾਈ ਕਰਨ ਵਾਲਾ ਧਿਰ ਨਿਰਧਾਰਿਤ ਕਰ ਸਕੇਗਾ। आर्टिकल 370 और 35A ने जम्मू कश्मीर को अलगाववाद, आतंकवाद, परिवारवाद और व्यवस्थाओं में बड़े पैमाने पर फैले भ्रष्टाचार के अलावा कुछ नहीं दिया। ਪਰ ਜਿਸ ਤਰ੍ਹਾਂ ਨਾਲ ਆਪਣੇ ਦੂਜੇ ਕਾਰਜਕਾਲ ਦੌਰਾਨ ਉਸ ਤੋਂ ਵੀ ਵੱਡੇ ਫੈਸਲੇ ਮੋਦੀ ਸਰਕਾਰ ਨੇ ਲਏ, ਉਸਨੇ ਉਹਨਾਂ ਸਾਰੇ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਅਤੇ ਉਸ ਤੋਂ ਬਾਅਦ ਹਰ ਕੋਈ ਅਜਿਹਾ ਕਹਿਣ ਲੱਗ ਪਿਆ ਕਿ ਮੋਦੀ ਹੈ ਤਾਂ ਸੰਭਵ ਹੈ। 3 ਤਲਾਕ ਵਰਗੀ ਮਾੜੀ ਪ੍ਰਥਾ ਤੋਂ ਮੁਸਲਿਮ ਔਰਤਾਂ ਨੂੰ ਮੁਕਤੀ ਦਿਵਾਉਣ ਤੋਂ ਲੈ ਕੇ मेरी मुसलमान बहन, उसका क्या गुनाह? कोई ऐसे ही टेलीफोन पर 3 तलाक बोल दे और उसकी जिंदगी तबाह हो जाए? क्या मुसलमान बेटियों के हकों की रक्षा होनी चाहिए कि नहीं होनी चाहिए? क्या मुसलमान माताओं बहनों को रक्षा मिलनी चाहिए कि नहीं मिलनी चाहिए? क्या मुसलमान बहनों को समानता का अधिकार मिलना चाहिए कि नहीं मिलना चाहिए? ਜੰਮੂ ਕਸ਼ਮੀਰ ਵਿੱਚੋਂ 35A ਹਟਾਉਣ ਵਰਗੇ ਫੈਸਲਿਆਂ ਨਾਲ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਹੋਈ। राम काज किनु बिनु मोहि कहाँ बिसरा। ਇਸੇ ਤਰ੍ਹਾਂ ਰਾਮ ਜਨਮ ਭੂਮੀ ਝਗੜੇ ਦਾ ਸ਼ਾਂਤੀਪੂਰਨ ਹੱਲ ਸਿਰਫ ਇੱਕ ਝਗੜੇ ਦਾ ਹੱਲ ਹੀ ਨਹੀਂ, ਸਗੋਂ ਭਾਰਤ ਦੇ ਬਿਹਤਰ ਭਵਿੱਖ ਦਾ ਇੱਕ ਵੱਡਾ ਕਾਰਨ ਵੀ ਬਣ ਗਿਆ ਹੈ। ये मंदिर करोड़ों करोड़ लोगों की सामूहिक संकल्प शक्ति का भी प्रतीक बनेगा। ये मंदिर आने वाली पीढ़ियों को आस्था, श्रद्धा और संकल्प की प्रेरणा देता रहेगा। ਅੱਤਵਾਦ ਤੇ ਕਰਾਰੀ ਸੱਟ ਮਾਰਦਿਆਂ ਨਾ ਸਿਰਫ ਨਕਸਲਵਾਦ ਦੀ ਨਕੇਲ ਕੱਸਣ ਦੀ ਗੱਲ ਹੋਈ, ਬੀਤੇ 6 ਸਾਲਾਂ ਵਿੱਚ ਇਸ ਮੋਰਚੇ ਤੇ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਕੰਮ ਹੋਇਆ। ਇੰਨਾ ਹੀ ਨਹੀਂ, ਸਰਹੱਦ ਪਾਰ ਤੱਕ ਅੱਤਵਾਦੀ ਟਿਕਾਣਿਆਂ ਤੇ ਸਰਜੀਕਲ ਸਟ੍ਰਾਈਕ ਅਤੇ 에ਅਰ ਸਟ੍ਰਾਈਕ ਦੇ ਰਾਹੀਂ ਭਾਰਤ ਨੇ ਇਹ ਵੀ ਸੁਨੇਹਾ ਦਿੱਤਾ ਸੀ ਕਿ ਅੱਤਵਾਦ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ नहीं किया जाएगा। जब कोई टेररिज्म एक्सपोर्ट करने का उद्योग बना करके बैठा हो, मेरे देश के निर्दोष नागरिकों को मौत के घाट उतार दिया जाता हो, युद्ध लड़ने की ताकत नहीं है, पीठ पर वार करने के प्रयास होते हो, तो ये मोदी है उसी भाषा में जवाब देना जानता है। ਇੰਨਾ ਹੀ ਨਹੀਂ, ਜਦੋਂ ਲੱਦਾਖ ਵਿੱਚ ਸਾਡੀ ਉੱਤਰੀ ਸਰਹੱਦ ਤੇ ਚੀਨ ਦੇ ਫੌਜੀਆਂ ਨੇ ਆਪਣੀ ਮਾੜੀ ਨੀਅਤ ਦਰਸਾਈ ਤਾਂ ਦੇਸ਼ ਦੇ ਜਵਾਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਭਾਰਤ ਵੱਲ ਅੱਖ ਚੁੱਕ ਕੇ ਵੇਖਣਾ ਹੁਣ ਕਿੰਨਾ ਮਹਿੰਗਾ ਪਵੇਗਾ। जिनके सिंहनाद से सहमी, जिनके सिंहनाद से सहमी धरती रही अभी तक डोल। कलम आज उनकी जय बोल, कलम आज उनकी जय बोल। भारत माता की, भारत माता की, वंदे वंदे। ਵੱਖੋ ਵੱਖਰੀਆਂ ਕੌਮਾਂਤਰੀ ਏਜੰਸੀਆਂ ਨੇ ਇਸ ਗੱਲ ਨੂੰ ਮੰਨਿਆ
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਰਿਕਾਰਡ ਪੱਧਰ ਤੇ ਗਰੀਬੀ ਨੂੰ ਖਤਮ ਕਰ ਰਿਹਾ ਹੈ। ਇਸ ਦਾ ਸਿਹਰਾ ਕੇਂਦਰ ਸਰਕਾਰ ਵੱਲੋਂ ਗਰੀਬਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਏ ਗਏ ਵੱਖ-ਵੱਖ ਫੈਸਲਿਆਂ ਨੂੰ ਜਾਂਦਾ ਹੈ। ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਵੱਡੇ ਸਿਹਤ ਸੇਵਾ ਪ੍ਰੋਗਰਾਮ ਆਯੁਸ਼ਮਾਨ ਭਾਰਤ ਦੀ ਅਗਵਾਈ ਕਰ ਰਿਹਾ ਹੈ। 50 ਕਰੋੜ ਤੋਂ ਵੱਧ ਭਾਰਤੀਆਂ ਨੂੰ ਕਵਰ ਕਰਦੇ ਹੋਏ ਆਯੁਸ਼ਮਾਨ ਭਾਰਤ ਗਰੀਬ ਅਤੇ ਨੀਵੇਂ ਮੱਧਮ ਵਰਗ ਲਈ ਉੱਚ ਗੁਣਵੱਤਾ ਤੇ ਸਸਤੀ ਸਿਹਤ ਸੇਵਾ ਯਕੀਨੀ ਬਣਾ ਰਿਹਾ ਹੈ। वो ठीक हुआ, काम अच्छा हुआ, अच्छा हो, संतोष है, संतोष। तुम खुश हो एकदम? पढ़ाई करोगे, खेलोगे, बहुत खेलोगे, हैं? ਕੋਰੋਨਾ ਕਾਲ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 80 ਕਰੋੜ ਤੋਂ ਵੀ ਵੱਧ ਲੋਕਾਂ ਤੱਕ ਮੁਫਤ ਰਾਸ਼ਨ ਪਹੁੰਚਾਉਣਾ ਹੋਵੇ ਜਾਂ ਫਿਰ ਗਰੀਬ ਪਰਿਵਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਕਈ ਹੋਰ ਢੰਗ ਤਰੀਕਿਆਂ ਨਾਲ ਆਰਥਿਕ ਮਦਦ ਪਹੁੰਚਾਉਣਾ ਜਾਂ ਰੁਜ਼ਗਾਰ ਉਪਲਬਧ ਕਰਵਾਉਣ ਵਰਗੇ ਫੈਸਲਿਆਂ ਦਾ ਮਕਸਦ ਸਮਾਜ ਅਤੇ ਵਿਵਸਥਾ ਦੇ ਹਾਸ਼ੀਏ ਤੇ ਖੜੇ ਲੋਕਾਂ ਦੇ ਦੁੱਖ ਦਰਦ ਖਤਮ ਕਰਨਾ ਸੀ। आखिरकार सरकार किसके लिए? मैं स्पष्ट मानता हूं कि सरकार वो हो जो गरीबों के लिए सोचे, सरकार वो हो जो गरीबों को सुने, सरकार वो हो जो गरीबों के लिए जिए। ਵੱਧ ਤੋਂ ਵੱਧ ਨਜ਼ਰਸਾਨੀ ਤੇ ਘੱਟ ਤੋਂ ਘੱਟ ਸਰਕਾਰੀ ਦਖਲਅੰਦਾਜ਼ੀ ਵਿੱਚ ਵਿਸ਼ਵਾਸ ਰੱਖਣ ਵਾਲੇ ਨਰਿੰਦਰ ਮੋਦੀ ਨੇ ਜਨ ਭਾਗੀਦਾਰੀ ਨੂੰ ਆਪਣੀਆਂ ਨੀਤੀਆਂ ਦੇ ਨਿਰਧਾਰਣ ਦਾ ਆਧਾਰ ਬਣਾਇਆ। ਪਹਿਲੀ ਵਾਰ ਕਿਸੇ ਹੋਰ ਵਿਅਕਤੀ ਨੇ ਨਹੀਂ, ਸਗੋਂ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨੇ 15 ਅਗਸਤ 2014 ਨੂੰ ਆਪਣੇ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਗਏ ਭਾਸ਼ਣ ਦੌਰਾਨ ਲਾਲ ਕਿਲੇ ਦੀ ਇਤਿਹਾਸਕ ਫਸੀਲ ਤੋਂ ਸਵੱਛਤਾ ਦੇ ਬਾਰੇ ਵਿੱਚ ਗੱਲਾਂ ਕੀਤੀਆਂ। ਪਹਿਲੀ ਵਾਰ ਦੇਸ਼ ਦੇ ਸਫਾਈ ਕਾਮਿਆਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਭਾਰਤ ਵਿੱਚ ਆ ਰਹੇ ਅਹਿਮ ਬਦਲਾਅ ਦਾ ਵੱਡਾ ਹਿੱਸਾ ਨੇ। ਪ੍ਰਧਾਨ ਮੰਤਰੀ ਮੋਦੀ ਨੇ ਸਹੀ ਅਰਥਾਂ ਵਿੱਚ ਇਹ ਕਰਕੇ ਵਿਖਾਇਆ ਕਿ ਸਰਕਾਰ ਉਹ ਹੁੰਦੀ ਏ ਜੋ ਗਰੀਬਾਂ ਲਈ ਜੀਵੇ। आत्मनिर्भर भारत ये सपना संकल्प में परिवर्तित देख रहे हैं। आत्मनिर्भर भारत ये एक प्रकार से शब्द नहीं, ये आज 130 करोड़ देशवासियों के लिए मंत्र बन गया है। ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਪਹਿਲ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਸਲ ਸਮਰੱਥਾ ਅਤੇ ਭੂਮਿਕਾ ਨੂੰ महसूस करवाया। आंख झुकाकर भी मत जियो, आंख दिखाकर भी जीने के सपने मत देखो। हमारी कोशिश होनी चाहिए आंख मिला करके देखो, आंख से आंख मिला करके देखो। आप में इतना हौसला होना चाहिए और 125 करोड़ देशवासियों का अगर आपके पीछे बल है और दुनिया की एक महाशक्ति बनने की संभावना पड़ी है तो उस भारत को डरे मरे घबराए हुए जीने की क्या जरूरत। कौमांतरी योग दिवस मनाउण बारे नरेंद्र मोदी ਦੀ ਅਪੀਲ ਨੂੰ ਸੰਯੁਕਤ ਰਾਸ਼ਟਰ ਵਿੱਚ ਜਿੰਨਾ ਜ਼ਬਰਦਸਤ ਸਮਰਥਨ ਮਿਲਿਆ ਉਹ ਪਿਛਲੇ ਕਈ ਸਾਲਾਂ ਵਿੱਚ ਕਿਸੇ ਹੋਰ ਮਤੇ ਨੂੰ ਨਹੀਂ ਮਿਲਿਆ ਸੀ। आज विश्व मंच पर भारत की बात सुनी जाती है। इस विषय में भारत क्या सोचेगा ये आज दुनिया को पहले सोचना पड़ता है। नरेंद्र मोदी ਨੂੰ ਸਾਊਦੀ ਅਰਬ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਕਿੰਗ ਅਬਦੁਲ ਅਜ਼ੀਜ਼ ਸੈਸ਼ ਨਾਲ ਸਨਮਾਨਿਤ ਕੀਤਾ ਗਿਆ। ਫਿਲਿਸਤੀਨ ਦੇ ਗ੍ਰੈਂਡ ਕਾਲਰ ਆਫ ਦ ਸਟੇਟ ਆਫ ਫਿਲਿਸਤੀਨ ਸਨਮਾਨ, ਅਫਗਾਨਿਸਤਾਨ ਦੇ ਅਮੀਰ ਅਮਾਨੁੱਲਾ ਖਾਨ ਅਵਾਰਡ, UAE ਦੇ ਜ਼ਾਇਦ ਮੈਡਲ ਅਤੇ ਮਾਲਦੀਵ ਦੇ ਨਿਸ਼ਾਨ ਇਜ਼ੁਦੀਨ ਸਨਮਾਨ ਨਾਲ ਨਵਾਜ਼ਿਆ ਗਿਆ ਹੈ। 2018 ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਅਤੇ ਵਿਕਾਸ ਵਿੱਚ ਉਹਨਾਂ ਦੇ ਯੋਗਦਾਨ ਲਈ ਵਕਾਰੀ ਸਿਓਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਅਜਿਹਾ ਹੈ ਵਡਨਗਰ ਤੋਂ ਵਿਸ਼ਵ ਮੰਚ ਤੱਕ ਦਾ ਸਫ਼ਰ।
ਲੋਕਾਂ ਦੇ ਵਿੱਚ ਰਹਿਣਾ, ਉਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਅਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨਾ ਨਰਿੰਦਰ ਮੋਦੀ ਦਾ ਮਕਸਦ ਹੈ। नरेंद्र मोदी लोकां दे नेता ने। तो चावल भी खाते हैं? बच्चे लोग चावल खाते नहीं खाता हूं। खाते हैं? ऐसा करोगे आप लोग? ऐसा करो, सभी लोग करो। देखो, 2 हाथ से नहीं, एक ही हाथ से करो। इन्हां सबना दे नाल खेडां अते खिडारियां नाल प्रधान मंत्री मोदी ਦਾ ਪਿਆਰ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਤਾਂ ਜਿਵੇਂ ਉਹਨਾਂ ਦੀ ਆਦਤ ਹੈ। मित्र के रूप में सलाह देता हूँ, विजय तुम्हारे सर पे नहीं चढ़ता है, पराजय तुम्हारे मन में नहीं बैठता। ਟੋਕੀਓ 올림픽 ਹੋਵੇ ਜਾਂ ਪੈਰਾ 올림픽, ਸਾਰੀਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਪੀਐਮ ਨੇ ਜਿਸ ਤਰ੍ਹਾਂ ਨਾਲ ਹੌਸਲਾ ਵਧਾਇਆ, ਅਜਿਹਾ ਉਪਰਾਲਾ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਸੀ ਮਿਲਿਆ। मेरा घर वाला तो मतलब गांव वाला पूरा जश्न मना रही है, मैं ओलंपिक गए हैं वो खुशी नहीं, हम आपसे मिलने आ रही है वो खुशी से पूरा गांव वाला जश्न मना रही है। ਖਿਡਾਰੀਆਂ ਦੇ ਮੈਡਲ ਜਿੱਤਣ ਤੋਂ ਬਾਅਦ ਉਹਨਾਂ ਨੂੰ ਫੋਨ ਕਰਕੇ ਗੱਲ ਕਰਨ ਦੇ ਉਪਰਾਲੇ ਨੇ ਤਾਂ ਜਿਵੇਂ ਖਿਡਾਰੀਆਂ ਦੇ ਦਿਲ ਨੂੰ ਛੂ ਲਿਆ। सर थैंक यू सो मच। आप लोग रोना बंद कीजिए, मेरे तक आवाज आ रही है। देखिए, देश आज आपका पर गर्व कर रहा है, बिल्कुल निराश नहीं होना है। वो जो मुश्किलों का अंबार है, वो जो मुश्किलों का अंबार है, वही तो मेरे हौसलों की मीनार है। यही समय है, सही समय है, भारत का अनमोल समय है। असंख्य भुजाओं की शक्ति है, असंख्य भुजाओं की शक्ति है, हर तरफ देश की भक्ति है। तुम उठो, तिरंगा लहरा दो, भारत के भाग्य को फहरा दो, भारत के भाग्य को फहरा दो। मैं नरेंद्र दामोदर दास मोदी